नहीं मैं तो नहीं सहमत लोगों ਨਾਲ जो कहते कि 4.5 साल कैप्टन साहब ने काम नहीं किया। कैप्टन साहब ने जो पार्टी इनफैक्ट कैप्टन ने पार्टी छड़ी नहीं, जो कैप्टन साहब पार्टी चो कढ़िया गया, बेइज्जत करके कढ़िया गया। देखो जी घर घर नौकरी नहीं है ना, एक तो हरेक बंदे के कंसैप्ट ये है कि जो घर घर नौकरी करने तो हरेक बंदा सरकारी नौकरी लैके बैठ जाता है। किसी को मिली किसी नहीं मिली, पर जिन्होंने मिली उन्होंने तो मिली है, जिन्होंने नहीं मिली उन्होंने देंगे। नहीं पानी का किहड़ा मुद्दा उठा रहे हैं वो? राजस्थान तो पानी, दिल्ली वाला पानी पैसे वसूलना। ਉਹ ਮਾਰੇ ਪਹਿਲਾਂ ਘਰ ਤਾਂ ਠੀਕ ਕਰ ਲਓ, ਜਿਹੜਾ ਘਰ ਦੇ ਪਾਣੀ ਨਾਲ ਇਕੱਠਾ ਹੋ ਕੇ ਲੋਕਾਂ ਨੂੰ ਤੰਗ ਕਰਦੇ ਰਹਿੰਦਾ ਉਹ ਤਾਂ ਸੈੱਟ ਕਰ ਲਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਦਾਅਵੇਦਾਰੀ ਠੋਕੀ ਜਾ ਰਹੀਆਂ ਨੇ, ਉਮੀਦਵਾਰ ਐਲਾਨੇ ਜਾ ਰਹੇ ਨੇ। ਸੋ ਸਾਡੇ ਨਾਲ ਅੱਜ ਬੀਜੇਪੀ ਦੇ ਅਲਾਇੰਸ ਲੋਕ ਪੰਜਾਬ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਵੱਲੋਂ ਕੈਂਡੀਡੇਟ ਸਾਡੇ ਨਾਲ ਸਤਿੰਦਰਪਾਲ ਸਿੰਘ ਜੀ ਲੁਧਿਆਣਾ ਦੱਖਣੀ ਤੋਂ ਕੈਂਡੀਡੇਟ ਉਤਾਰੇ ਗਏ ਨੇ। ਸੋ ਗੱਲਬਾਤ ਕਰਾਂਗੇ। ਹਾਂਜੀ ਸਰ, ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਹਲਕਾ ਦੱਖਣੀ ਦੇ ਵਿੱਚ? ਸਤਿ ਸ਼੍ਰੀ ਅਕਾਲ ਜੀ, ਸਾਰੇ ਵਿਊਜ਼ ਨੂੰ ਮੇਰੀ ਫਤਿਹ ਹੈ ਜੀ। ਸਤਿ ਸ਼੍ਰੀ ਅਕਾਲ। ਤਿਆਰੀ ਬਹੁਤ ਵਧੀਆ ਚੱਲ ਰਹੀ ਹੈ ਜੀ। ਮੈਨੂੰ 2-3 ਦਿਨ ਹੋ ਗਏ, ਪਰਸੋਂ ਡਿਕਲੇਅਰ ਹੋਈ ਸੀ ਟਿਕਟ ਸ਼ਾਮ ਨੂੰ। ਅਸੀਂ ਕੱਲ੍ਹ ਦਾ ਦਿਨ ਵੀ ਲਾਇਆ ਹੈ ਹਲਕੇ 'ਚ, ਅੱਜ ਵੀ ਸਵੇਰ ਸਾਡੀ ਮੀਟਿੰਗਸ ਹੋ ਰਹੀਆਂ ਨੇ ਅਤੇ ਬੜਾ ਵਧੀਆ ਰਿਸਪੌਂਸ ਮਿਲ ਰਿਹਾ। ਭਾਜਪਾ ਬੀਜੇਪੀ ਪਾਰਟੀ ਵੱਲੋਂ ਵੀ, ਸਾਡੀ ਸੈਕਿੰਡ ਅਲਾਇੰਸ ਪਾਰਟੀ ਜੀ ਅਕਾਲੀ ਦਲ ਸੰਯੁਕਤ ਹੈ, ਢੀਂਡਸਾ ਸਾਹਿਬ ਦੀ ਪਾਰਟੀ, ਉਹਨਾਂ ਵੱਲੋਂ ਵੀ ਬੜਾ ਪਿਆਰ ਮਿਲ ਰਿਹਾ ਅਤੇ ਬੜਾ ਵਧੀਆ ਹੁੰਗਾਰਾ ਮਿਲ ਰਿਹਾ। ਬੜੀ ਖੁਸ਼ੀ ਹੈ ਵੋਟਰਸ ਸਾਡੇ ਆਪਣੇ ਕਿ ਉਹਨਾਂ ਨੇ ਇੱਕ ਟਿਕਟ ਜਿਹੜੀ PLC ਨੂੰ ਗਈ ਹੈ ਅਤੇ ਉਹਨਾਂ ਨੇ ਸਾਨੂੰ ਐਜ਼ ਅ ਕੈਂਡੀਡੇਟ ਇੱਥੇ ਉਤਾਰਿਆ। ਕੈਪਟਨ ਸਾਹਿਬ ਪਾਰਟੀ ਛੱਡ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਹੈ। 4.5 ਸਾਲ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ ਲੋਕ ਕਹਿ ਰਹੇ ਨੇ, ਅਤੇ ਹੁਣ ਲੋਕ ਕੈਪਟਨ ਸਾਹਿਬ ਨੂੰ ਕਿਵੇਂ ਐਕਸੈਪਟ ਕਰਨਗੇ? ਨਹੀਂ ਮੈਂ ਤਾਂ ਨਹੀਂ ਸਹਿਮਤ ਲੋਕਾਂ ਨਾਲ ਜੋ ਕਹਿੰਦੇ ਕਿ 4.5 ਸਾਲ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ। ਕੈਪਟਨ ਸਾਹਿਬ ਨੇ ਜਦੋਂ ਪਾਰਟੀ ਇਨਫੈਕਟ ਕੈਪਟਨ ਨੇ ਪਾਰਟੀ ਛੱਡੀ ਨਹੀਂ, ਜਦੋਂ ਕੈਪਟਨ ਸਾਹਿਬ ਨੂੰ ਪਾਰਟੀ ਚੋਂ ਕੱਢਿਆ ਗਿਆ, ਬੇਇੱਜ਼ਤ ਕਰਕੇ ਕੱਢਿਆ ਗਿਆ, ਉਹਨਾਂ ਨੇ ਉਦੋਂ ਵੀ ਸ਼੍ਰੀਮਤੀ ਸੋਨੀਆ ਗਾਂਧੀ ਜੋ ਕਿ ਪ੍ਰਧਾਨ ਹੈਗੇ ਨੇ ਕਾਂਗਰਸ ਪਾਰਟੀ ਦੇ, ਉਹਨਾਂ ਨੂੰ ਵੀ ਚਿੱਠੀ ਜਦ ਅਸਤੀਫਾ ਲਿਖਿਆ, ਉਸ ਸ਼ਬਦ ਜਿੰਨੇ ਵੀ ਉਹਨਾਂ ਨੇ ਕੰਮ ਕੀਤੇ ਨੇ ਜਾਂ ਮੈਨੀਫੈਸਟੋ 'ਚੋਂ ਜਿੰਨਾ ਵੀ ਉਹਨਾਂ ਨੇ ਪਰਸੈਂਟੇਜ ਕੰਮ ਕੀਤੀ ਹੈ ਉਹ ਸਾਰੇ ਉਹਨੂੰ ਚਿੱਠੀ ਲਿਖ ਕੇ ਮੈਨੀਫੈਸਟੋ 'ਚ ਕਿਹਾ ਗਿਆ ਸੀ 4.5 ਹਫ਼ਤੇ ਨਸ਼ਾ ਮੁਕਤ ਕਰ ਦਿੱਤਾ ਜਾਏਗਾ, ਪਰ ਅੱਜ ਦੀ ਘੜੀ ਵਿੱਚ ਪੰਜਾਬ ਦੇ ਵਿੱਚ ਕਾਫੀ ਐਸੇ ਜ਼ਿਲ੍ਹੇ ਨੇ, ਹਲਕੇ ਨੇ, ਜਿਨ੍ਹਾਂ ਵਿੱਚ ਹੱਦ ਤੋਂ ਵੱਧ ਚਿੱਟਾ ਨਸ਼ਾ ਚੱਲਦਾ ਹੈ। ਵੱਧ ਤੋਂ ਵੱਧ ਲੋਕਾਂ ਦੀਆਂ, ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਨੇ। ਤੁਹਾਡਾ ਮੈਂ ਸਹਿਮਤ ਹਾਂ, ਪਰ ਉਸ ਕੋਈ ਵੀ ਕੰਮ ਜਿਹੜਾ ਹੈਗਾ ਉਹਨੂੰ ਤਰੀਕੇ ਨਾਲ ਖਤਮ ਕੀਤਾ ਜਾਂਦਾ ਹੈ। ਜੇ 30,000 35,000 ਬੰਦਿਆਂ 'ਤੇ ਕੇਸ ਦਰਜ ਹੋਏ ਨੇ, ਇੱਕ ਕੜੀ ਹੈ, ਇਹ ਕੜੀ ਤੋਂ ਕੜੀ ਬਣ ਕੇ ਚੀਜ਼ ਚੱਲਦੀ ਹੈ। ਇਹਨਾਂ ਜ਼ਿਆਦਾ ਪਿੱਛੇ ਸਮੇਂ 'ਚ ਨਸ਼ਾ ਹੋ ਚੁੱਕਿਆ ਸੀਗਾ ਕਿ ਜੇ ਅਸੀਂ ਸਮਝਦੇ ਸੀ ਕਿ ਨਸ਼ਾ ਥੋੜ੍ਹਾ ਹੈ, ਪਰ ਜਿੰਨਾ ਇੰਨਾ ਜ਼ਿਆਦਾ ਹੋਣ ਦੇ ਕਾਰਨ ਉਹ ਅਸੀਂ ਇੰਨੀ ਛੇਤੀ ਨਹੀਂ ਖਤਮ ਕਰ ਸਕੇ, ਪਰ ਅਸੀਂ ਬਹੁਤ ਨਕੇਲ ਪਾ ਲਈ ਹੈ। ਸਾਨੂੰ ਸਮਾਂ ਹੋਰ ਮਿਲਦਾ ਤਾਂ ਅਸੀਂ ਹੋਰ ਵੀ ਕਰਕੇ ਕੀ ਪਤਾ 5 ਸਾਲਾਂ 'ਚ ਅਸੀਂ ਕਰ ਸਕਦੇ ਸੀਗੇ। ਗੱਲ ਇਹ 'ਤੇ ਹੈ ਕਿ ਅਸੀਂ ਜੋ ਕਿਹਾ ਕੀਤਾ, ਠੀਕ ਹੈ, ਉਹ 'ਚ ਥੋੜ੍ਹਾ ਸਮਾਂ ਲੱਗਿਆ, ਅਸੀਂ ਮੰਨ ਸਕਦੇ ਹੋ, ਸਾਰੇ ਸਾਹਮਣੇ ਹੈ, ਪਰ ਅਸੀਂ ਇਹ ਨਹੀਂ ਕਿ ਗੱਲ ਕਹਿ ਕੇ ਪਿੱਛੇ ਹਟ ਕੇ ਕਿਸੇ ਨਸ਼ਾ ਖਤਮ ਨਹੀਂ ਕਰਾਂਗੇ। ਕੇਸ ਰਜਿਸਟਰਡ ਹੋਏ ਨੇ, ਜੇ ਕੇਸ ਰਜਿਸਟਰਡ ਹੋਏ ਨੇ ਤਾਂ ਬੰਦਾ ਕੋਈ ਨਸ਼ਾ ਦਾ ਕੰਮ ਕਰਦਾ ਸੀ ਨਾ, ਅਸੀਂ ਉਹ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਹੀ ਕੇਸ ਨੇ ਦਰਜ ਹੋਏ ਨੇ। ਸਾਡਾ ਸੀਗਾ ਕਿ ਟੀਚਾ ਕੰਪਲੀਟ ਕਰ ਲਾਂਗੇ, ਠੀਕ ਹੈ, ਸਮਾਂ ਜ਼ਿਆਦਾ ਲੱਗਿਆ, ਇਸ ਗੱਲ 'ਚ ਅਸੀਂ ਮੰਨ ਸਕਦੇ ਉਸ ਗੱਲ ਨੂੰ। ਕੈਪਟਨ ਸਾਹਿਬ ਵੱਲੋਂ ਜਦੋਂ ਕਾਂਗਰਸ ਦੇ ਵਿੱਚ ਸੀਗੇ, ਪਿਛਲੀ 17 ਦੀ ਇਲੈਕਸ਼ਨ ਵਿੱਚ ਕਿਹਾ ਕਿ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਆਟਾ ਦਾਲ ਸਕੀਮ ਲਾਗੂ ਕਰਾਂਗੇ, ਪਰ ਹਾਲੇ ਤੱਕ ਉਹ ਲਾਗੂ ਨਹੀਂ ਹੋਏ। ਕੈਪਟਨ ਸਾਹਿਬ ਖੁਦ ਚਲੇ ਗਏ, ਉਹ ਲਾਰੇ ਰਹਿ ਗਏ। ਕੀ ਕਹਿਣਾ ਚਾਹੋਗੇ ਜੋ ਅਗਰ ਇਸ ਚੋਣ ਮੈਨੀਫੈਸਟੋ 'ਚ ਕਰਨਗੇ, ਕੀ ਲੋਕ ਫਿਰ ਵੀ ਉਹਨਾਂ ਨੂੰ ਐਕਸੈਪਟ ਕਰਨਗੇ? ਦੇਖੋ ਜੀ ਘਰ ਘਰ ਨੌਕਰੀ ਨਹੀਂ ਹੈਗੀ ਨਾ, ਇੱਕ ਤਾਂ ਹਰੇਕ ਬੰਦੇ ਦੇ ਕੰਸੈਪਟ 'ਚ ਇਹ ਹੈ ਕਿ ਜੇ ਘਰ ਘਰ ਨੌਕਰੀ ਕਰਨਾ ਤਾਂ ਹਰੇਕ ਬੰਦਾ ਨੂੰ ਸਰਕਾਰੀ ਨੌਕਰੀ ਲੈ ਕੇ ਬੈਠ ਜਾਂਦਾ ਹੈ। ਇਹ ਗੱਲ ਨਹੀਂ ਹੈ। ਜਿਸ ਹਿਸਾਬ ਨਾਲ ਪਾਪੂਲੇਸ਼ਨ ਵੱਧ ਰਹੀ ਹੈ ਅਤੇ ਜਿਸ ਹਿਸਾਬ ਨਾਲ ਗਵਰਨਮੈਂਟ ਜੋਬਸ ਖਾਲੀ ਹੋ ਰਹੀਆਂ ਨੇ। ਕੈਪਟਨ ਸਾਹਿਬ ਵੱਲੋਂ ਕਿਹਾ ਕਿਉਂ ਗਿਆ ਉਸ ਟਾਈਮ? ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕੀ ਉਹਨਾਂ ਨੇ ਘਰ ਘਰ ਨੌਕਰੀ ਕਿਹਾ ਕਿ ਘਰ ਘਰ ਸਰਕਾਰੀ ਨੌਕਰੀ ਕਿਹਾ? ਮੈਂ ਤੁਹਾਨੂੰ ਪਹਿਲਾਂ ਹੀ ਅਰਜ਼ ਕਰਕੇ ਹਟਿਆ ਕਿ ਹਰੇਕ ਬੰਦਾ ਜੇ ਘਰ ਘਰ ਨੌਕਰੀ ਕਰਨੀ ਹੈ ਤਾਂ ਉਹ ਸਰਕਾਰੀ ਨੌਕਰੀ ਨੂੰ ਬੰਦਾ ਦਿਮਾਗ ਸੋਚ ਕੇ ਬਹਿ ਜਾਂਦਾ। ਤੁਸੀਂ ਮੈਨੂੰ ਦੱਸੋ ਨਾ, ਘਰ ਮੋਬਾਈਲ ਫੋਨ, ਅਸੀਂ ਘਰ ਘਰ ਨੌਕਰੀ ਕਹੀ, ਸਰਕਾਰੀ ਨੌਕਰੀ ਤਾਂ ਕਹੀ ਨਹੀਂ। ਮੈਂ ਤੁਹਾਨੂੰ ਬੇਰੁਜ਼ਗਾਰੀ ਭੱਤਾ, ਮੋਬਾਈਲ ਫੋਨ ਦਿੱਤੇ ਨੇ, ਮੋਬਾਈਲ ਫੋਨ ਸਟਾਰਟ ਕੀਤੇ, ਦਿੱਤੇ ਕਿ ਨਹੀਂ ਦਿੱਤੇ? ਤੁਹਾਨੂੰ ਮੋਬਾਈਲ ਫੋਨ ਦਿੱਤੇ ਹੀ ਨਹੀਂ। ਕਿਹਨੂੰ ਦਿੱਤੇ ਹੋਣਗੇ? ਸਾਰੇ ਪੰਜਾਬ ਨੂੰ ਤਾਂ ਦਿੱਤੇ ਨਹੀਂ। ਤੁਸੀਂ ਪਤਾ ਕਰੋ ਕਿੰਨੇ ਦਿੱਤੇ। ਇਹ ਤਾਂ ਅਸੀਂ ਹੋਰ ਦੇਣੇ ਸੀ, ਜਦੋਂ ਤਾਂ ਉਹਨਾਂ ਨੂੰ ਘਰ ਨੂੰ ਤੋਰਤਾ। ਘਰ ਨੂੰ ਤੋਰਤਾ ਹੈ। ਇਸ ਮੌਕੇ CM ਦਾ ਨਹੀਂ, 6 ਮਹੀਨੇ ਪਿੱਛੇ ਰਹਿ ਗਏ ਸੀ। ਜੇ ਕਰਨਾ ਚਾਹੁੰਦੇ ਤਾਂ ਜਿਹੜੀ ਹੁਣ ਸਰਕਾਰ ਚੰਨੀ ਸਰਕਾਰ ਉਹ ਵੀ ਕਰ ਲੈਂਦੀ। ਇਹਨਾਂ ਦਿੱਤੇ, ਇਹਦਾ ਉਦੋਂ ਚੁੱਪ ਕਰਕੇ ਬਹਿ ਗਏ। ਜੇ ਆਪਦਾ ਇੰਨਾ ਪੈਸਾ ਆਪਦਾ ਇਹ ਐਡਵਰਟਾਈਜ਼ਮੈਂਟ 'ਤੇ ਖਰਚ ਕਰ ਸਕਦੇ ਸੀਗੇ, ਉਹੀ ਚੀਜ਼ਾਂ ਟੈਲੀਫੋਨ ਲੈ ਕੇ ਬੱਚਿਆਂ ਨੂੰ ਦੇ ਦਿੰਦੇ ਜਿਹੜੇ ਹੁਣ ਪ੍ਰੋਮਿਸ ਕਰ ਰਹੇ ਨੇ। ਇਹ ਵੀ ਤਾਂ ਕਰ ਸਕਦੇ ਸੀ ਨਾ। ਅਸੀਂ ਸ਼ੁਰੂਆਤ ਕੀਤੀ, ਚੀਜ਼ਾਂ ਦਿੱਤੀਆਂ, ਵੰਡੀਆਂ,
ਕਿਸੇ ਨੂੰ ਮਿਲੀ, ਕਿਸੇ ਨੂੰ ਨਹੀਂ ਮਿਲੀ, ਪਰ ਜਿਹਨੂੰ ਮਿਲੀ ਉਹਨੂੰ ਤਾਂ ਮਿਲੀ ਹੈ, ਜਿਹਨੂੰ ਨਹੀਂ ਮਿਲੀ ਸੀ ਉਹਨੂੰ ਦਿੰਦੇ। ਬੀਜੇਪੀ ਵੱਲੋਂ ਤੁਹਾਨੂੰ ਉਤਾਰਿਆ ਗਿਆ, ਕੈਪਟਨ ਸਾਹਿਬ ਵੱਲੋਂ ਤੁਹਾਨੂੰ ਅਲਾਈਅੰਸ ਕਰਕੇ ਉਤਾਰਿਆ ਗਿਆ ਵਾ ਦੱਖਣੀ ਦੇ ਵਿੱਚ, ਜਿੱਥੇ ਕਿ ਹਲਕਾ ਦੱਖਣੀ ਦੇ ਵਿੱਚ ਬੈਂਸ ਭਰਾ ਦਾ ਕਾਫੀ ਜੋੜ ਮਜ਼ਬੂਤ ਹੈ, ਕਹਿ ਰਹੇ ਹੈ ਹੌਟ ਸੀਟ ਮੰਨੀ ਜਾ ਰਹੀ ਹੈ। ਕਿਸ ਤਰ੍ਹਾਂ ਮੁਕਾਬਲਾ ਕਰੋਗੇ? ਮੈਂ ਤਾਂ ਬਹੁਤ ਧੰਨਵਾਦੀ ਹਾਂ ਆਪਦੀ ਪਾਰਟੀ ਦਾ ਕਿ ਮੈਨੂੰ ਮੌਕਾ ਦਿੱਤਾ, ਜਿਹੜੀ ਹੌਟ ਸੀਟ ਮੰਨਦੇ ਆ ਜਾਂ ਜਿਹਨੂੰ ਆਪਾਂ ਟਫ ਸੀਟ ਮੰਨਦੇ ਆ। ਬਟ ਮੈਨੂੰ ਲੱਗ ਰਿਹਾ ਜੋ ਹਲਕੇ 'ਚ ਵੈਸੇ ਮੈਂ ਪਹਿਲਾਂ ਵੀ ਘੁੰਮਿਆ ਸੀ, ਮੈਂ ਥੋੜ੍ਹੀ ਆਪਣੀ ਬੈਕਗਰਾਊਂਡ ਦੱਸਦਾ ਵਾਂ। ਮੇਰੇ ਫਾਦਰ ਸਾਹਿਬ ਜਗਦੇਵ ਸਿੰਘ ਤਾਜਪੁਰੀ ਪਹਿਲਾਂ ਅਕਾਲੀ ਸਰਕਾਰ 'ਚ, ਬਰਨਾਲਾ ਸਰਕਾਰ 'ਚ ਇੱਥੋਂ ਵਜ਼ੀਰ ਰਹੇ ਨੇ। ਉਸ ਮੌਕੇ ਹਲਕਾ ਲੁਧਿਆਣਾ ਦਿਹਾਤੀ ਹੁੰਦਾ ਸੀਗਾ। ਜਿਹੜੀ ਦੱਖਣੀ ਹਲਕਾ ਹੈ ਉਹ ਉਸ ਮੌਕੇ ਲੁਧਿਆਣਾ ਦਿਹਾਤੀ ਦਾ ਪਾਰਟ ਹੁੰਦਾ ਸੀਗਾ। ਸੋ ਸ਼ੁਰੂ ਤੋਂ ਮੇਰਾ ਸੰਬੰਧ ਇਸ ਹਲਕੇ ਨਾਲ ਵੀ ਰਿਹਾ, ਕਿਉਂਕਿ ਅਸੀਂ ਉਹਦੇ ਜੋ ਪਿਤਾ ਜੀ ਵਜ਼ੀਰ ਸੀਗੇ, ਅਸੀਂ ਆ ਕੇ ਦੇਖਦੇ ਹੁੰਦੇ ਸੀ ਕਿ ਹਲਕੇ ਦੇ ਕੀ ਹਾਲਾਤ ਨੇ, ਕੀ ਹੈ। ਤਾਂ ਮੈਂ ਨਹੀਂ ਸਮਝਦਾ ਉਹਨੇ ਸਾਲਾਂ ਤੋਂ ਅੱਜ 30-35 ਸਾਲ ਹੋ ਗਏ ਕਿ ਬਹੁਤਾ ਕੋਈ ਵਿਸਥਾਰ ਹੋਇਆ। ਹਾਂ ਠੀਕ ਹੈ, ਥੋੜ੍ਹਾ ਬਹੁਤ ਸੁਧਾਰ ਹੋਇਆ, ਪਰ ਜਿੰਨਾ ਹੋਣਾ ਚਾਹੀਦਾ ਸੀ 30-35-40 ਸਾਲਾਂ 'ਚ ਉਹਨਾਂ ਨਹੀਂ ਹੋਇਆ। ਥਾਂ ਥਾਂ ਬੋਰਡ ਲੱਗੇ ਗਏ ਨੇ, ਕਟੀਆਂ ਲੱਗੀਆਂ ਅਖਬਾਰਾਂ ਦੀਆਂ, ਕੰਮ ਕੀਤਾ ਤਾਂ ਵੋਟ ਪਾਇਓ, ਬੈਂਸ ਭਰਾਵਾਂ ਵੱਲੋਂ। ਉਸ ਤੋਂ ਬਾਰੇ ਕੀ ਕਹਿਣਾ ਚਾਹੋਗੇ? ਥਾਂ ਥਾਂ ਬੋਰਡ ਲੱਗੇ ਨੇ, ਕੰਮ ਕੀਤਾ, ਜੋ ਕਿਹਾ ਕੀਤਾ। ਦੇਖੋ ਜੀ, ਕੰਮ ਕੀ ਕੀਤਾ ਇਹਨਾਂ ਨੇ? ਸਿਰਫ ਦੋ ਕੰਮ ਕੀਤੇ, ਜਿਹੜੇ ਕੰਮ ਕੀਤੇ ਕਿ ਥੋੜ੍ਹੇ ਬਹੁਤ ਬੰਦੇ ਦਾ ਆਧਾਰ ਕਾਰਡ ਬਣਾਤੇ, ਕੋਈ ਡਿਵੈਲਪਮੈਂਟ ਨਹੀਂ ਹੋਈ ਹਲਕੇ 'ਚ, ਕੋਈ ਐਜੂਕੇਸ਼ਨ ਸਕੂਲਸ ਵਧੀਆ ਨਹੀਂ ਆਏ, ਕੋਈ ਹੌਸਪੀਟਲਸ ਨਹੀਂ ਆਏ ਚੰਗੇ ਜਿੱਥੇ ਤੇ ਨਾ ਕੋਈ ਸੜਕਾਂ ਬਹੁਤ ਚੰਗੀਆਂ ਬਣੀਆਂ, ਸੀਵਰੇਜ ਦੇ ਮਾੜੇ ਹਾਲ ਨੇ। ਇਹ ਐਕਚੁਅਲ ਕੰਮ ਨੇ ਜਿਹੜੇ ਕਰਨ ਵਾਲੇ ਨੇ। ਹਲਕੇ ਦੀ ਡਿਵੈਲਪਮੈਂਟ ਹੈ, ਕੋਈ ਇੱਥੇ ਹੈਲਥ ਫੈਸਿਲਿਟੀ ਹੋਵੇ, ਸਪੋਰਟਸ ਫੈਸਿਲਿਟੀ ਹੋਵੇ, ਬੱਚਿਆਂ ਵਾਸਤੇ ਸਕੂਲਸ ਹੋਣ ਤਾਂ ਕਿ ਬੰਦਾ ਤੰਦਰੁਸਤ ਰਹੇ, ਫਿਜ਼ੀਕਲੀ ਮੈਂਟਲੀ ਸਾਰਾ ਤੰਦਰੁਸਤ ਰਹੇ। ਉਹਨੇ ਕੀਤਾ ਕੀ ਹੈ? ਕੋਈ ਪਾਰਕਸ ਨਹੀਂ ਹੈ, ਕੋਈ ਡਿਵੈਲਪਮੈਂਟ ਹੀ ਹੈ ਨਹੀਂ ਇੱਥੇ। ਮੈਂ ਤਾਂ ਕਹਿੰਦਾ ਜੇ ਠੀਕ ਹੈ ਉਹ ਦੂਜੀ ਵਾਰ MLA ਬਣ ਗਏ ਨੇ, ਅਗਲਾ ਕਹਿੰਦਾ ਪਹਿਲੀ ਵਾਰ ਆਪਾਂ ਤਜਰਬਾ ਕਰ ਲੈਂਦੇ ਹਾਂ, ਦੂਜੀ ਵਾਰ ਜੇ ਬੰਦਾ ਨਹੀਂ ਕਰਦਾ ਕਹਿੰਦਾ ਚੱਲ ਯਾਰ ਕੋਈ ਨਾ ਇੱਕ ਮੌਕਾ ਹੋਰ ਦੇ ਦਿਓ, ਹੁਣ ਤਾਂ ਤੀਜੀ ਵਾਰ ਆ ਗਿਆ। ਇਹ ਤਾਂ ਸਾਰਿਆਂ ਸਾਹਮਣੇ ਹੈ। ਤੁਸੀਂ ਜਦੋਂ ਮਾੜਾ ਮੀਂਹ ਪੈਂਦਾ ਹੈ ਲੋਕਾਂ ਦੇ ਕੀ ਹਾਲ ਨੇ। ਮੈਨੂੰ ਲੋਕੀ ਕਹਿ ਰਹੇ ਸੀ, ਕਹਿੰਦੇ ਸਰ ਜੀ ਕਹਿੰਦਾ ਅਰਦਾਸ ਕਰੋ ਕਿ ਮੀਂਹ ਬੰਦ ਹੋ ਜਾਏ, ਨਹੀਂ ਤਾਂ ਤੁਹਾਨੂੰ ਕਿਸ਼ਤੀ ਲੈ ਕੇ ਆਉਣੀ ਪੈਣੀ ਇੱਥੇ। ਥੋੜ੍ਹੇ ਮੀਂਹ ਤਾਂ ਤੁਸੀਂ ਆਪਣੇ ਬੂਟ ਲਾ ਕੇ ਪੈਂਟ ਚਾੜ ਕੇ ਤੁਰੋਗੇ, ਤੇ ਉਹ ਜੇ ਬਹੁਤ ਮੀਂਹ ਪੈ ਗਿਆ ਤਾਂ ਫਿਰ ਕਿਸ਼ਤੀ ਵੀ ਹੋ ਸਕਦਾ ਉਹਨੂੰ ਲਿਆਉਣੀ ਪੈ ਜਾਵੇ। ਸੋ ਇਹ ਤਾਂ ਡਿਵੈਲਪਮੈਂਟ ਆਪ ਹੀ ਦੱਸਦੀ ਹੈ। ਮੈਨੂੰ ਤਾਂ ਕਹਿੰਦੇ ਵੀ ਕੰਮ ਹੀ ਬਹੁਤ ਕੀਤੇ ਨੇ, 115 MLA ਦੇ ਬਰਾਬਰ ਕੰਮ ਕਰਕੇ ਦਿਖਾਇਆ। ਪੰਜਾਬ ਦੇ ਵੱਡੇ ਵੱਡੇ ਮੁੱਦੇ, ਪਾਣੀ ਦਾ ਮੁੱਦਾ ਹੋ ਗਿਆ, ਕੁਝ ਹੋਰ ਮੁੱਦੇ ਹੋ ਗਏ, ਉਹ ਉਠਾ ਰਹੇ ਨੇ। ਪਰ ਹਲਕੇ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ, ਪਾਣੀ ਦਾ ਕਿਹੜਾ ਮੁੱਦਾ ਉਠਾ ਰਹੇ ਨੇ ਉਹ? ਰਾਜਸਥਾਨ ਤੋਂ ਪਾਣੀ, ਦਿੱਲੀ ਵਾਲਾ ਪਾਣੀ, ਪੈਸੇ ਵਸੂਲਣਾ। ਉਹ ਮਹਾਰਾਜ ਪਹਿਲਾਂ ਘਰ ਤਾਂ ਠੀਕ ਕਰ ਲਓ। ਜਿਹੜਾ ਘਰ ਦੇ ਪਾਣੀ ਨਾਲ ਇਕੱਠਾ ਹੋ ਕੇ ਲੋਕਾਂ ਨੂੰ ਤੰਗ ਕਰਦਾ ਰਹਿੰਦਾ, ਉਹ ਤਾਂ ਸੈੱਟ ਕਰ ਲਓ। ਮੰਗੋ, ਤੁਸੀਂ ਮੰਗ ਜਿਹੜੀ ਤੁਹਾਡੀ ਹੈਗੀ, ਪਰ ਪਹਿਲਾਂ ਉਹਦਾ ਘਰ ਤਾਂ ਠੀਕ ਕਰੋ ਨਾ ਯਾਰ। ਜਿੱਥੇ ਤੁਸੀਂ MLA ਚੁਣੇ ਗਏ ਹੋ, ਜਿੱਥੇ ਤੁਹਾਡੇ ਆਪਦੇ ਏਰੀਆ ਦੇ ਬੰਦੇ ਰਹਿੰਦੇ, ਤੁਹਾਡਾ ਪਰਿਵਾਰ ਹੈ। ਇੱਕ MLA ਦਾ ਸਾਰਾ ਜਿਹੜਾ ਏਰੀਆ ਹੈ ਉਹਦਾ ਪਰਿਵਾਰ ਹੈ। ਤੁਸੀਂ ਪਹਿਲਾਂ ਉਹ ਤਾਂ ਕਰਦੇ। ਬਜ਼ੁਰਗ ਇੱਥੋਂ ਜਾਂਦੇ ਨੇ, ਮੂਹਰੇ ਚਿੱਕੜ ਹੈ, ਪਾਣੀ ਖੜਾ ਹੈ, ਵਿਚਾਰਾ ਡਿੱਗਿਆ ਮਰੂਗਾ ਕੀ ਹੈ? ਤੁਸੀਂ ਬਾਹਰਲੇ ਪਾਣੀ ਤੋਂ ਕੀ ਲੈਣਾ? ਪਹਿਲਾਂ ਆਪਦਾ ਹਲਕਾ ਸੰਭਾਲ ਲਓ। ਬੀਜੇਪੀ ਵੱਲੋਂ ਤੁਹਾਨੂੰ ਉਤਾਰਿਆ ਗਿਆ, 700 ਕਿਸਾਨਾਂ ਦੀ ਮੌਤ ਹੁੰਦੀ ਹੈ, ਜੋ ਮੋਰਚਾ ਲੱਗਿਆ ਸੀਗਾ, ਉਸ ਦੇ ਬਾਰੇ ਉਹ ਬੀਜੇਪੀ ਨੂੰ ਕਿਵੇਂ ਐਕਸੈਪਟ ਕਰਨਗੇ ਪੰਜਾਬ ਦੇ ਲੋਕ? ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਬਜ਼ੁਰਗ ਜਾਂ ਸਾਡੇ ਭਰਾ ਭੈਣਾਂ ਜਿਨ੍ਹਾਂ ਨੇ ਆਪਦੀ ਜਾਨ ਗਵਾਈ ਹੈ, ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ, ਹੇ ਸੱਚੇ ਪਾਤਸ਼ਾਹ ਉਹਨਾਂ ਨੂੰ, ਪਰਿਵਾਰ ਨੂੰ ਭਾਣਾ ਬੰਨ੍ਹਣ ਦਾ ਬਲ ਬਖਸ਼ਣਾ ਅਤੇ ਉਹਨਾਂ ਦੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ। ਦੇਖੋ, ਜੋ ਪਰਿਵਾਰਾਂ ਦੀ ਬੀਤੀ ਹੈ ਉਹ ਕੋਈ ਨਹੀਂ ਫੀਲ ਕਰ ਸਕਦਾ ਪਰਿਵਾਰਾਂ ਤੋਂ ਬਿਨਾਂ। ਠੀਕ ਹੈ ਜੀ। ਮਸਲੇ ਵਾਸਤੇ ਗਏ ਸੀਗੇ, ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਗਈ ਉੱਥੇ। ਸੰਘਰਸ਼ ਕੀਤਾ ਕਿਸਾਨਾਂ ਨੇ, ਠੀਕ ਹੈ। ਹੋ ਸਕਦਾ ਜੇ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਇਹ ਕਿਸਾਨ ਜਿਹੜੇ ਲਾਅ ਸੀਗੇ ਚੰਗੇ ਸੀਗੇ, ਪਰ ਮੈਂ ਸਮਝਾ ਨਹੀਂ ਸਕਿਆ। ਸੋ ਮੈਂ ਇਹ ਕਹਿੰਦਾ ਕਿ ਉਹਨਾਂ ਨੇ ਆਪਦੇ ਵੱਲੋਂ ਇੱਕ ਚੰਗੇ ਲਾਅ ਲਿਆਉਣ ਦੀ ਕੋਸ਼ਿਸ਼ ਕੀਤੀ, ਭਰਾਵਾਂ ਨੇ ਉਸ ਦਾ ਵਿਰੋਧ ਕੀਤਾ। ਮੈਂ ਉਸ ਦੇ ਮੁਰੇ ਅੱਗੇ ਨਹੀਂ ਕਹਿੰਦਾ ਕਿ ਠੀਕ ਹੈ, ਉਹ ਜੋ ਦੋਹਾਂ ਧਿਰਾਂ ਨੂੰ ਨਹੀਂ ਸੈੱਟ ਹੋਇਆ ਸੀ, ਬੜੀ ਐਮਿਕੇਬਲੀ ਦੋਨੋਂ ਧਿਰਾਂ ਮੰਨ ਗਈਆਂ ਨੇ। ਕਿਸਾਨ ਭਰਾ ਭੈਣ ਸਾਡੇ ਬਜ਼ੁਰਗ ਸਾਰੇ ਘਰਾਂ ਨੂੰ ਆ ਗਏ ਨੇ। ਮੋਦੀ ਸਾਹਿਬ ਨੇ ਕਹਿਤਾ ਕਿ ਠੀਕ ਹੈ ਕਿ ਮੈਂ ਉਹਨਾਂ ਦੇ ਹੱਕ ਵਿੱਚ ਇਹ ਕਿਸਾਨ ਲਾਅਜ਼ ਨਹੀਂ ਉਹਨਾਂ ਨੂੰ ਮੈਂ ਸਮਝਾ ਪਾਇਆ, ਜਿਹੜੇ ਮੇਰੇ ਹਿਸਾਬ ਨਾਲ ਸਹੀ ਸੀਗੇ, ਵਧੀਆ ਸੀ, ਉਹਨੇ ਤਰੱਕੀ ਵਾਸਤੇ ਸੀਗੇ, ਤਾਂ ਮੈਂ ਵਾਪਸ ਲੈ ਲੈਣਾ। ਉਹਨਾਂ ਨੇ ਕੋਸ਼ਿਸ਼ ਕੀਤੀ, ਕਿਸੇ ਨੂੰ ਨਹੀਂ ਪਸੰਦ ਆਏ, ਅਗਲੇ ਨੇ ਰਿਟਰੀਟ ਕਰ ਲਿਆ। ਜਿਹਨੂੰ ਆਪਣਾ ਜਿਹੜੇ ਕਿਸਾਨ ਵੀਰ ਸੀਗੇ ਉਹਨਾਂ ਨੇ ਆਪਦੀ ਆਵਾਜ਼ ਚੱਕੀ, ਉਹਨਾਂ ਨੇ ਸੁਣੀ, ਉਹ ਐਮਿਕੇਬਲੀ ਸੋਲੂਸ਼ਨ ਹੋ ਗਿਆ, ਦੋਨੋਂ ਧਿਰਾਂ ਆਪਦੇ ਘਰੇ ਆ ਗਈਆਂ। ਅਫਸੋਸ ਹੈ ਕਿ ਜਿਹੜੇ ਸੱਜਣ ਸਾਡੇ ਭਰਾ ਮਿੱਤਰ ਭੈਣਾਂ ਜਿਨ੍ਹਾਂ ਨੇ ਉੱਥੇ ਕਸ਼ਟ ਭੋਗਿਆ, ਕਈਆਂ ਦੇ ਆਪਦੀ ਜਾਨ ਵੀ ਗਵਾਈ ਹੈ, ਉਹ ਬਹੁਤ ਮੰਦਭਾਗੀ ਸੀਗੀ ਘਟਨਾ ਜਿਹੜੀ ਹੋਈਆਂ ਨੇ ਉੱਥੇ। ਬੀਜੇਪੀ ਦੇ ਜੋ ਤੁਸੀਂ ਨੂੰ ਉਤਾਰਿਆ ਗਿਆ ਕੈਂਡੀਡੇਟ ਬੀਜੇਪੀ ਵੱਲੋਂ ਅਲਾਇੰਸ ਕਰਕੇ, ਹਲਕਾ ਦੱਖਣੀ ਦੇ ਜੋ ਬੀਜੇਪੀ ਦੀ ਵਰਕਰ ਨੇ, ਵਲੰਟੀਅਰਸ ਨੇ, ਉਹਨਾਂ ਵੱਲੋਂ ਹੀ ਵਿਰੋਧ ਕੀਤਾ ਗਿਆ। ਕਹਿੰਦੇ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ, ਨਹੀਂ ਤਾਂ ਅਸੀਂ ਖੁਦ ਆਜ਼ਾਦ ਚੋਣ ਲੜਾਂਗੇ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਦੱਖਣੀ ਸੀਟ ਆਈ ਹੈ, ਇਹ ਸੀਟ ਸ਼ੇਅਰਿੰਗ 'ਚ ਪੰਜਾਬ ਲੋਕ ਕਾਂਗਰਸ ਦੇ ਹਿੱਸੇ ਆਈ ਹੈ। 2 ਸੀਟਾਂ ਲੁਧਿਆਣੇ ਦੀ ਹੋਰ ਵੀ ਆਈਆਂ ਨੇ,
ਈਸਟ ਐਂਡ ਆਪਣਾ ਆਤਮ ਨਗਰ ਵਾਲੀ। ਮੇਰੇ ਭਰਾ ਨੇ, ਜੇ ਐਕਸਪੈਕਟੇਸ਼ਨਸ ਹਰੇਕ ਨੂੰ ਹੁੰਦੀਆਂ ਨੇ। ਮੈਂ ਨਹੀਂ ਕਹਿੰਦਾ ਕਿ ਜੇ ਉਹ ਅੱਜ ਨਾਰਾਜ਼ ਨੇ ਤਾਂ ਮੇਰੇ ਨਾਲ ਕੋਈ ਜ਼ਿਆਦਤੀ, ਉਹਨਾਂ ਦਾ ਕੋਈ ਰੌਲਾ ਕੁਛ ਵੀ ਹੈਗਾ। ਉਹਨਾਂ ਨੇ ਵੀ ਕੰਮ ਕੀਤਾ ਪਾਰਟੀ ਵਾਸਤੇ। ਹਰੇਕ ਸੱਜਣ ਜਿਹੜਾ ਪੋਲੀਟਿਕਸ 'ਚ ਇੰਟਰਸਟਿਡ ਹੈ, ਪਾਰਟੀ ਨਾਲ ਸੰਬੰਧ ਹੈ, ਉਹ ਕੰਮ ਕਰਦਾ, ਇੱਕ ਉਮੀਦ ਲੈ ਕੇ ਚੱਲਦੇ ਹੈ। ਅਸੀਂ ਵੀ ਜੇ ਸਿਆਸਤ ਕੀਤੀ ਹੈ ਜਾਂ ਸਿਆਸਤ 'ਚ ਆਏ ਹਾਂ, ਸਾਡੇ ਵੀ ਸੁਪਨੇ ਨੇ, ਸੁਪਨੇ ਸਾਕਾਰ ਹੁੰਦੇ ਨੇ ਕਈਆਂ ਸੱਜਣਾਂ ਦੇ, ਕਈਆਂ ਦੇ ਨਹੀਂ ਹੁੰਦੇ, ਕਿ ਹਰੇਕ ਦੇ ਕਿਸੇ ਲੇਟਰ ਸਟੇਜ 'ਤੇ ਹੋ ਜਾਂਦੇ ਨੇ। ਬਟ ਮੇਰੇ ਨਾਲ ਅਫਸੋਸ ਮੈਨੂੰ ਹਜੇ ਤੱਕ ਪਤਾ ਨਹੀਂ, ਮੈਂ ਤਾਂ ਮਿਲਿਆ ਨਹੀਂ ਉਹਨਾਂ ਭਰਾਵਾਂ ਨੂੰ, ਜਾ ਕੇ ਜ਼ਰੂਰ ਮਿਲੂੰਗਾ, ਪੁੱਛੂੰਗਾ ਕਿ ਮੇਰਾ ਉਸ ਪਰਸਨਲ ਕੀ ਹੈ, ਕਿਉਂਕਿ ਜੇ ਸੀਟ ਹੀ ਪਾਰਟੀ ਦੇ ਮੌਜੂਦਾ ਕੌਂਸਲਰ ਨੇ ਬੀਜੇਪੀ ਦੀ, ਉਹ ਕੀ ਕਹਿਣਾ ਚਾਹੋਗੇ? ਤੁਹਾਡਾ ਹੀ ਵਿਰੋਧ ਕਰ ਰਹੇ ਨੇ ਉਹ। ਨਹੀਂ, ਮੈਂ ਤਾਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਹਟਿਆ ਕਿ ਮੇਰਾ ਵਿਰੋਧ ਤਾਂ ਕਰਨ ਜੇ ਇਹ ਬੀਜੇਪੀ ਦਾ ਸੀਟ ਹੋਵੇ ਤੇ ਬੀਜੇਪੀ ਸਿੰਬਲ ਤੇ ਆਪਣਾ ਬੀਜੇਪੀ ਦੇ ਕੋਟੇ 'ਚੋਂ ਟਿਕਟ ਆਈ ਹੋਵੇ, ਟਿਕਟ ਆਈ ਹੈ PLC ਦੇ ਕੋਟੇ 'ਚੋਂ, ਕਿਉਂਕਿ ਸਾਡੀ ਭਾਈਵਾਲ ਪਾਰਟੀ ਹੈ, ਅਸੀਂ ਸਾਰਿਆਂ ਨੇ ਇਕੱਠੇ ਬਹਿ ਕੇ ਇਲੈਕਸ਼ਨ ਲੜਨਾ ਹੈ। ਸੋ ਮੇਰਾ ਖਿਆਲ ਨਹੀਂ, ਡੈਫੀਨੇਟਲੀ ਮੈਂ ਜਾ ਕੇ ਮਿਲੂੰਗਾ। ਅਜੇ ਮੇਰੇ ਭਰਾ ਨਾਲ ਮੇਰੀ ਗੱਲ ਨਹੀਂ ਹੋ ਪਾਈ, ਤੇ ਠੀਕ ਹੈ, ਸਭ ਠੀਕ ਹੋ ਜਾਊਗਾ ਬਾਈ ਦੀ ਐਂਡ ਆਫ ਦ ਡੇ ਮੇਰੇ ਖਿਆਲ। ਆਖਰੀ ਸਵਾਲ, ਕੈਪਟਨ ਸਾਹਿਬ ਦਾ ਚੋਣ ਮੈਨੀਫੈਸਟੋ ਆਊਗਾ, ਕੀ ਉਸੇ ਪੁਰਾਣਾ ਹੀ ਚੋਣ ਮੈਨੀਫੈਸਟੋ ਹੋਊਗਾ ਕਿ ਚੇਂਜ ਕੀਤਾ ਜਾਊਗਾ? ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਚੋਣ ਮੈਨੀਫੈਸਟੋ ਤੁਹਾਡੇ ਹਿਸਾਬ ਨਾਲ? ਦੇਖੋ, ਗੱਲ ਇਹ ਹੈ ਕਿ ਹੁਣ ਕਾਮਨ ਮੈਨੀਫੈਸਟੋ ਬਣੇਗਾ ਤਿੰਨਾਂ ਪਾਰਟੀਆਂ ਵਿਚਾਲੇ। ਆਪਾਂ ਤਿੰਨ ਸੱਜਣ ਬੈਠੇ ਹੋਏ, ਤਿੰਨਾਂ ਦੇ ਖਿਆਲ ਅੱਡ ਅੱਡ ਹੁੰਦੇ ਨੇ। ਜੇ ਮੈਂ ਇਕੱਲਾ ਮੈਨੀਫੈਸਟੋ ਬਣਾਉਣਾ ਵਾ, ਮੈਂ ਆਪਦੇ ਖਿਆਲਾਂ ਨਾਲ ਬਣਾਊਂਗਾ। ਜੇ ਆਪਾਂ ਤਿੰਨ ਭਰਾ ਰਲ ਕੇ ਬਣਾਵਾਂਗੇ ਤਾਂ ਹਰੇਕ ਦਾ ਜਿਹੜਾ ਗੁੱਡ ਪੁਆਇੰਟਸ ਹੈ ਜਾਂ ਪੁਆਇੰਟ ਆਫ ਵਿਊ ਹੈ, ਉਹ ਰੱਖਣਾ ਪੈਂਦਾ ਹੈ। ਸੋ ਮੈਨੀਫੈਸਟੋ ਬੜਾ ਵਧੀਆ ਆਏਗਾ। ਪਿਛਲੀ ਵਾਰ ਵੀ ਕਾਂਗਰਸ ਪਾਰਟੀ ਦਾ ਜੋ ਸੋਚ ਸੀ, ਇਨਪੁਟਸ ਮਹਾਰਾਜ ਸਾਹਿਬ ਵੱਲੋਂ ਸੀ। ਕਾਂਗਰਸ ਪਾਰਟੀ ਜਦੋਂ ਮਹਾਰਾਜ ਸਾਹਿਬ ਕਾਂਗਰਸ ਪਾਰਟੀ ਨੂੰ ਹੈਡ ਕਰ ਰਹੇ ਸੀਗੇ, ਸੋ ਉਹ ਬੇਸਿਕਲੀ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਆਇਆ ਸੀ, ਕਿਉਂਕਿ ਉਹ CLP ਦੇ ਲੀਡਰ ਮਹਾਰਾਜ ਸਾਹਿਬ ਸੀਗੇ। ਸੋ ਹੁਣ ਜਿਹੜਾ ਹੈਗਾ ਮੋਦੀ ਸਾਹਿਬ ਦਾ ਐਕਸਪੀਰੀਅੰਸ, ਤਜਰਬਾ, ਚੀਫ ਮਿਨਿਸਟਰ ਵੀ ਰਹੇ ਨੇ, ਅਤੇ ਸੁੱਖ ਨਾਲ 2 ਵਾਰ ਹੁਣ ਇਸ ਮੌਕੇ ਸੈਕਿੰਡ ਟਰਮ ਚੱਲ ਰਹੀ ਹੈ ਪ੍ਰਾਈਮ ਮਿਨਿਸਟਰਸ਼ਿਪ ਦੀ। ਮਹਾਰਾਜ ਸਾਹਿਬ CM ਰਹਿ ਚੁੱਕੇ ਨੇ, ਪਾਰਟੀ ਪ੍ਰਧਾਨ ਰਹਿ ਚੁੱਕੇ ਨੇ, ਢੀਂਡਸਾ ਸਾਹਿਬ ਸੈਂਟਰਲ ਵਜ਼ੀਰ ਰਹਿ ਚੁੱਕੇ ਨੇ। ਬੜੇ ਹੀ ਉਹਨਾਂ ਦਾ ਸਿਆਸਤ ਦਾ ਤਜਰਬਾ ਹੈ, ਬੜੇ ਰਿਸਪੈਕਟਡ ਲੀਡਰਸ ਦੇ, ਬੜੇ ਤਜਰਬੇਕਾਰ ਲੀਡਰ ਨੇ। ਸੋ ਤਿੰਨਾਂ ਦਾ ਬੈਠ ਕੇ ਜੋ ਮੈਨੀਫੈਸਟੋ ਬਣਾਉਣਗੇ, ਆਈ ਥਿੰਕ ਉਹ ਬੜਾ ਵਧੀਆ ਹੋਏਗਾ। ਹਰੇਕ ਪੱਖ ਨੂੰ ਚੱਕਣ ਵਾਲਾ ਹੋਏਗਾ, ਗਰੀਬ ਨੂੰ ਹੋਵੇ, ਟਰੇਡਰ ਨੂੰ ਹੋਵੇ, ਅਮੀਰ ਨੂੰ ਹੋਵੇ, ਬਿਜ਼ਨਸਮੈਨ ਨੂੰ ਹੋਵੇ, ਹਰੇਕ ਸੁਸਾਇਟੀ ਨੂੰ। ਆਈ ਥਿੰਕ ਉਹ ਐਡਾ ਵਧੀਆ ਮੈਨੀਫੈਸਟੋ ਆਪਾਂ ਪਾਰਟੀ ਬਣਾਏਗੀ, ਸਾਰੇ ਦੇਖ ਕੇ ਬਹੁਤ ਖੁਸ਼ ਹੋਵਾਂਗੇ ਉਸ ਨੂੰ। ਤੁਹਾਡੇ ਹਲਕੇ ਨੂੰ ਦੇਖ ਕੇ ਤੁਹਾਡੇ ਮੁਤਾਬਿਕ ਤੁਹਾਡਾ ਚੋਣ ਮੈਨੀਫੈਸਟੋ ਕੀ ਹੋਣਾ ਚਾਹੀਦਾ ਤੁਹਾਡੇ ਹਲਕੇ ਦੇ ਮੁਤਾਬਿਕ? ਬੇਸਿਕ ਮੈਂ ਤਾਂ ਜਦੋਂ ਜਿੰਨਾ ਕੋਲ ਸਾਡੇ ਤਾਂ ਬੇਸਿਕ ਕਮਿਊਨਿਟੀਜ਼ ਹੀ ਹੈ ਨਹੀਂ ਇੱਥੇ। ਨਾ ਕੋਈ ਚੰਗੀਆਂ ਸੜਕਾਂ ਨੇ, ਨਾ ਕੋਈ ਸੀਵਰੇਜ ਦਾ ਚੰਗਾ ਪ੍ਰੋਗਰਾਮ ਹੈ ਇੱਥੇ, ਨਾ ਕੋਈ ਸਟਰੀਟ ਲਾਈਟਿੰਗ ਹੈ, ਨਾ ਹੈਲਥ ਕੇਅਰ ਹੈ, ਨਾ ਐਜੂਕੇਸ਼ਨ ਹੈ, ਕੁਛ ਵੀ ਨਹੀਂ ਹੈ। ਤਾਂ ਜ਼ੀਰੋ 'ਤੇ ਬੈਠੇ ਅਸੀਂ। ਇੱਕ ਬੰਦਾ ਜਿਹੜਾ ਹੈਗਾ ਹੈ, ਉਹਨੂੰ ਹਜੇ ਪਹਿਲੇ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਹੱਕ ਤਾਂ ਹੈ। ਉਹ ਉਹਦੇ ਘਰੋਂ ਬਾਹਰ ਪੈਰ ਰੱਖਦਾ ਹੈ, ਵਧੀਆ ਸੜਕ ਮਿਲਦੀ ਹੈ, ਤਾਂ ਕਿ ਹੈਲਥ ਕੇਅਰ ਚੰਗਾ ਮਿਲਦਾ ਹੈ, ਐਜੂਕੇਸ਼ਨ ਚੰਗੀ ਮਿਲਦੀ ਹੈ, ਉਹਨੂੰ ਆਪਦਾ ਸੀਵਰੇਜ ਚੰਗਾ ਆਊਟ ਨਿਕਲੇ, ਰਾਤ ਨੂੰ ਘਰੇ ਮੁੜ ਕੇ ਆਉਂਦੇ ਨੇ, ਸਟਰੀਟ ਲਾਈਟ ਹੋਵੇ, ਸਿਕਿਉਰਿਟੀ ਹੋਵੇ, ਬੇਸਿਕ ਫੈਸਿਲਿਟੀਜ਼ ਹੈ ਨਹੀਂ। ਮੈਂ ਤਾਂ ਕਹਿੰਦਾ ਬੇਸਿਕ ਫੈਸਿਲਿਟੀਜ਼ ਜੋ ਕੌਂਸਟੀਟਿਊਸ਼ਨ ਨੂੰ ਚਾਹੀਦੀਆਂ ਨੇ, ਮੇਰੇ ਮੈਨੀਫੈਸਟੋ ਤੋਂ ਉਹੀ ਹੋਣਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ। ਜਿਵੇਂ ਤੁਸੀਂ ਦੇਖਿਆ ਕਿ ਸਤਿੰਦਰਪਾਲ ਸਿੰਘ ਵੱਲੋਂ ਕਿਸ ਤਰ੍ਹਾਂ ਚੋਣ ਮੈਨੀਫੈਸਟੋ ਦੇ ਬਾਰੇ ਦੱਸਿਆ, ਹਲਕੇ ਦਾ ਚੋਣ ਮੈਨੀਫੈਸਟੋ ਇਸ ਤਰ੍ਹਾਂ ਹੋਣਾ ਚਾਹੀਦਾ। ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ। ਕੈਮਰਾਮੈਨ ਮਨਦੀਪ ਸਿੰਘ ਦੁੱਗਲ ਦੇ ਨਾਲ, ਲੁਧਿਆਣਾ।